गुरु रूप प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे बाऊ जी उन्हां दी एक अमोलक लिखत है जिस विच आप जी ने गुरबाणी दे बारे खोल के दर्शाया है कि ये गुरबाणी है की, ये आई कित्थों है। कई बारी असी सारियां दे तजर्बे विच आया होवेगा कि मन सड़दा बलदा जदों ध्यान नाल या शरदा विच आके गुरबाणी दे कीर्तन नूं सुणदे हैं, उसका पाठ करदे हैं, एकदम अंदर ठंड भर जाती, सड़दा बलदा मन ठंडा ठार हो जाता है। सो ये निरा अखर नहीं, इस दे अंदर भरिया की है। ते फिर ये भी दर्शाया है कि ये सिर्फ सिखां दी मलकीयत नहीं, ये सारे विश्व दा जुगो जुग चानण मुनारा है। ते अखीरली गल गुरबाणी प्रति साडा फर्ज की बनता है। इस सारियां विचारां नूं अज दे इस लिखत दे पहले हिस्से विच पढ़ के आप जी नूं सरवण करावांगे जी। सिरलेख है गुरबाणी अनुभव। आओ प्यार नाल सरवण करन दी कोशिश करिए जी। ख्यालां नूं प्रगट करन लई कई साधन वरते जांदे हन। इशारियां द्वारा, बोली द्वारा, लिखत द्वारा, छो यानी इन्फेक्शन द्वारा, तीव्र भावनावां दी अबोल बोली यानी वाइब्रेशन ऑफ इंटेंस फीलिंग्स द्वारा आदि। साडे वलवलियां ते भावनावां दी रंगत दी तीव्रता, तीखणता ते दामनक शक्ति अनुसार ही ख्यालां दा एक दूजे उत्ते असर हुंदा है। माइकी मंडल अंदर जो ख्याल, चितवनियां, संकल्प, विकल्प, वलवले, भावनावां, वासनावां उपजदियां हन, ਉਹ ਤ੍ਰੈਗੁਣੀ ਮਾਇਕੀ ਰੰਗਤ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਰ ਹੁੰਦੇ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਈਂ ਸੀਮਤ ਹੁੰਦੇ ਹਨ। ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਇਹ ਜੋ ਸਾਡੇ ਅੰਦਰ ਖਿਆਲ, ਵਲਵਲੇ ਅਤੇ ਭਾਵਨਾਵਾਂ ਉਪਜਦੀਆਂ ਹਨ, ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ, ਅਮਿਤ, ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਕ ਪ੍ਰਕਾਸ਼ ਵਿੱਚੋਂ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼ ਆਦਿ ਕਿਹਾ ਜਾਂਦਾ ਹੈ। ਧਿਆਨ ਦੇਣਾ ਜੀ, ਜਦ ਇਹੋ ਆਤਮਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼, ਗੁਰ ਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰਿਆ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਆ ਬੋਲਾ, ਅਕਥ ਕਥਾ, ਸਤਿਗੁਰ ਬਾਣ ਆਦਿ ਕਿਹਾ ਜਾਂਦਾ ਹੈ। ਜਦ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ ਤਾਂ ਉਸ ਉੱਤੇ ਸਾਡੇ ਅੰਤਸ਼ਕਰਣ ਅਥਵਾ ਸ਼ਖਸੀਅਤ ਦੀ ਰੰਗਤ ਚੜੀ ਹੁੰਦੀ ਹੈ। ਭਾਵੇਂ ਮਾਇਕੀ ਮੰਡਲ ਦੇ ਲਗਾਤਾਰ ਅਭਿਆਸ ਨਾਲ ਸਾਡੇ ਇਹ ਖਿਆਲ ਸ਼ਕਤੀਮਾਨ ਹੋ ਕੇ ਮਾਨਸਿਕ ਸ਼ਕਤੀ ਦਾ ਰੂਪ ਧਾਰ ਲੈਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਤ ਹੁੰਦੀ ਹੈ ਜੋ ਤ੍ਰੈਗੁਣੀ ਮਾਇਕੀ ਮੰਡਲ ਉੱਤੇ ਹੀ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਕ ਮੰਡਲ ਤਾਈਂ ਪਹੁੰਚ ਜਾਂ ਦਖਲ ਨਹੀਂ ਹੈ। ਆਤਮਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇਕਸੁਰ
ਇਨਟਿਊਨ ਹੋ ਜਾਂਦਾ ਹੈ ਤਾਂ ਉਸ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਇਸ਼ਾਰਿਆਂ, ਬੋਲੀ, ਲਿਖਤ ਵਿੱਚ ਆਤਮਿਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਹਰ ਇੱਕ ਕਿਰਨ ਅੰਦਰ ਸੂਰਜ ਦੇ ਸਾਰੇ ਗੁਣ ਗਰਮੀ, ਰੋਸ਼ਨੀ, ਜੀਵਨ ਰਹੁ, ਸ਼ਕਤੀ ਆਦਿ ਭਰਪੂਰ ਹੁੰਦੇ ਹਨ, ਉਸੇ ਤਰ੍ਹਾਂ ਆਤਮਿਕ ਮੰਡਲ ਵਿੱਚੋਂ ਉਪਜੇ ਅਨੁਭਵੀ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਕ ਸ਼ਕਤੀ ਤੇ ਗੁਣ ਭਰਪੂਰ ਹੁੰਦੇ ਹਨ। ਧਿਆਨ ਦੇਣਾ ਜੀ, ਆਤਮਿਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਿਕ ਸ਼ਕਤੀ ਕੰਮ ਕਰਦੀ ਹੈ ਤੇ ਜਦ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇਕਸੁਰ ਹੋ ਜਾਂਦਾ ਹੈ ਤਾਂ ਉਸ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਇਸ਼ਾਰਿਆਂ, ਬੋਲੀ, ਲਿਖਤ ਆਦਿ ਵਿੱਚ ਆਤਮਿਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ, ਇਸ ਤਰ੍ਹਾਂ ਅਨੁਭਵੀ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਕ ਸ਼ਕਤੀ ਤੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਿਕ ਵਲਵਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਕ ਸ਼ਕਤੀ, ਪ੍ਰੇਮ ਸਵੈਪਨਾ, ਪਿਰਮ ਰਸ, ਪਿਰਮ ਰੰਗ, ਬਿਸਮਾਦੀ ਅਹਿਲਾਦ, ਗੁਪਤ ਆਤਮਿਕ ਭੇਦ, ਸੱਚ, ਠੰਡ, ਸ਼ਾਂਤੀ ਆਦਿ ਰਵ ਰਹੇ ਭਰਪੂਰ ਹਨ। ਹਾਂਜੀ, ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਦੇ ਅੰਦਰ ਇਹ ਸਾਰੇ ਆਤਮਿਕ ਮੰਡਲ ਦੇ ਗੁਣ ਮੌਜੂਦ ਹਨ, ਜਿਵੇਂ ਸੱਚ, ਠੰਡ, ਸ਼ਾਂਤੀ ਇਤਿਆਦਿ, ਜੋ ਸਾਡੀ ਅਲਪ ਮਾਇਕੀ ਬੁੱਧੀ ਦੀ ਪਕੜ ਅਥਵਾ ਸੂਝ-ਬੂਝ ਤੋਂ ਪਰੇ ਹਨ। ਪਰ ਗੁਰਬਾਣੀ ਨੂੰ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਸ ਨੂੰ ਇਸ ਦੇ ਅਖਰੀ ਅਰਥਾਂ ਤੱਕ ਹੀ ਸੀਮਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿਜ ਘਰ, ਅਬਚਲ ਨਗਰ, ਅਨਭਉ ਨਗਰ, ਆਪਨੜਾ ਘਰ, ਸੂਖ ਮਹਿਲ, ਹਰ ਕਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ, ਧੁਰ ਦੀ ਸ਼ਹਿ ਹੈ। ਇਹ ਸਤਿਗੁਰਾਂ ਦੀ ਬਾਣੀ ਉੱਚੀ ਸੁੱਚੀ, ਅਨਹਦ ਨਾਮ, ਸ਼ਬਦ, ਸਤ ਸਰੂਪ, ਜੁਗੋ ਜੁਗ ਅਟਲ, ਅਬਨਾਸੀ, ਅੰਮ੍ਰਿਤ, ਨਿਰਮਲ, ਵਾਹੋ ਵਾਹੋ, ਅੰਬਲੀਕ ਲਾਲ, ਰਤਨ, ਭਗਤ ਭੰਡਾਰ, ਗੁਪਤੀ, ਅਚਰਜ, ਅਦ੍ਰਿਸ਼ਟ, ਅਗੋਚਰ ਤਤ ਬਾਣੀ ਹੈ ਤੇ ਧੁਰੋਂ ਆਤਮਿਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ, ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਆਪਣੇ ਪਾਵਨ ਮੁਖਾਰਬਿੰਦ ਰਾਹੀਂ ਉਚਾਰਨ ਅਥਵਾ ਪ੍ਰਗਟ ਕੀਤਾ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ ਜੋ ਬੋਲੀਹੀਣ ਹੈ। ਧਿਆਨ ਦੇਣਾ ਜੀ, ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਣ ਦੇ ਬਾਵਜੂਦ ਵੀ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ ਜੋ ਬੋਲੀਹੀਣ ਹੈ, ਅਬੋਲ ਹੈ, ਅੱਖਰਹੀਣ ਹੈ, ਚੁੱਪ ਪ੍ਰੀਤ ਹੈ, ਪ੍ਰੇਮ ਸਵੈਪਨਾ ਹੈ, ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ, ਹੁਕਮ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਸ਼ਬਦ ਸਰੂਪ ਹੈ, ਨਾਮ ਸਰੂਪ ਹੈ, ਅਨਹਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ ਅਥਵਾ ਸਰਬਗ ਰਵ ਰਹੀ ਭਰਪੂਰ ਹੈ। ਤਦੇ ਇਸ ਬਾਣੀ ਨੂੰ ਜਗ ਚਾਨਣ ਕਿਹਾ ਗਿਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਧੁਰ ਕੀ ਬਾਣੀ ਸਾਡੀ ਆਪਣੀ ਠੁੱਲੀ, ਸਿੱਧੀ ਸਾਦੀ, ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅਮਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜਗ ਨੂੰ ਚਾਨਣ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨਹਦ ਬਾਣੀ ਦੇਸ਼, ਕਾਲ, ਮਜ਼ਹਬ ਜਾਂ ਧਰਮ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦਾ ਸਰਬੱਕ ਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ, ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ, ਸੰਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਲ ਹੈ, ਜਿਹੜੀ ਇੱਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ
ਭਿੰਨ ਭਿੰਨ ਬੋਲੀਆਂ, ਦੇਸ਼ਾਂ ਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਹਾਂਜੀ, ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਸਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਤ ਨਹੀਂ ਕੀਤੀ ਜਾ ਸਕਦੀ। ਹਾਂਜੀ, ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਸਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਤ ਨਹੀਂ ਕੀਤੀ ਜਾ ਸਕਦੀ। ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਏ, ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਅੱਖਰ ਨਾਦ ਕਥਨ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤਰੇ, ਸਭ ਕਿਛ ਇਨਹੀ ਮਾਏ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੈ ਨਾ ਹੈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ, ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ, ਬਲਕਿ ਅਮਾਨਤ ਵੀ ਹੈ, ਜਿਸ ਦੇ ਅਨੁਭਵੀ ਆਤਮਕ ਤਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ-ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁੱਖ ਫਰਜ਼ ਬਣਦਾ ਹੈ। ਧਿਆਨ ਦੇਣਾ ਜੀ, ਗੁਰਬਾਣੀ ਪ੍ਰਤੀ ਸਾਡਾ ਕੀ ਫਰਜ਼ ਬਣਦਾ ਹੈ? ਗੁਰੂ ਸਾਹਿਬ ਨੇ ਤਾਂ ਮਿਹਰ ਕਰਕੇ ਉਸ ਅਨਹਦ ਬਾਣੀ ਨੂੰ ਸਾਡੀ ਸਿੱਧੀ ਸਾਦੀ ਠੁੱਲੀ ਬੋਲੀ ਵਿੱਚ ਪ੍ਰਕਾਸ਼ਮਾਨ ਕਰ ਦਿੱਤੀ। ਪਰ ਸਾਡਾ ਫਰਜ਼ ਕੀ ਹੈ ਕਿ ਇਸ ਬਾਣੀ ਦੇ ਅਨੁਭਵੀ ਆਤਮਕ ਤਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ-ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੋਲਕ ਆਤਮਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਮਾਇਆ ਕਮਾਵਣ, ਪਖੰਡ ਦਾ ਓਹਲਾ, ਰਾਗ ਦੇ ਪ੍ਰਗਟਾਵੇ, ਵਾਦ ਵਿਵਾਦ, ਖੁਸ਼ਕ ਗਿਆਨ, ਵਿਆਖਿਆ ਕਰਨ, ਲੇਖ ਲਿਖਣ, ਕਿਤਾਬਾਂ ਛਪਵਾਉਣ ਤੇ ਭਲੇ ਭਲੇਰੇ ਬਣਨ ਲਈ ਵਰਤਿਆ ਜਾਂਦਾ ਹੈ। ਧਿਆਨ ਦੇਣਾ ਜੀ, ਫੈਲਾਉਣਾ ਤਾਂ ਇਹ ਸੀ ਉਸ ਦੇ ਤਤ ਗਿਆਨ ਦੇ ਪ੍ਰਕਾਸ਼ ਨੂੰ, ਪਰ ਅਸੀਂ ਆਪ ਗੁਰਬਾਣੀ ਦੇ ਤਤ ਗਿਆਨ ਨੂੰ ਨਹੀਂ ਬੁੱਝਿਆ। ਜਾਂ ਫਿਰ ਭਾਈਚਾਰਕ ਵਿਵਹਾਰ, ਜਿਵੇਂ ਕਈ ਲੋਕਾਂ ਨੂੰ ਗੁਰਬਾਣੀ ਦਾ ਕੁਝ ਅਤਾ ਪਤਾ ਨਹੀਂ, ਸਿਰਫ ਜਦੋਂ ਰਸਮ ਆਉਂਦੀ ਹੈ, ਵਿਆਹ ਸ਼ਾਦੀ ਆ ਗਈ ਜਾਂ ਕੁਝ ਹੋਰ ਭਾਈਚਾਰਕ ਵਿਵਹਾਰ ਲਈ ਵਰਤਦੇ ਹਾਂ, ਜਾਂ ਆਪਣੀ ਸਵਾਰਥ ਦੀ ਪੂਰਤੀ ਲਈ ਮੰਗਾਂ ਰੱਖੇ ਗੁਰੂ ਮਹਾਰਾਜ ਦੇ ਅੱਗੇ, ਜਾਂ ਮਾਇਆ ਕਮਾਉਣ ਲਈ, ਜਾਂ ਪਖੰਡ ਦਾ ਓਲਾ, ਜਾਂ ਕੋਈ ਰਾਗ ਸਿੱਖ ਲਿਆ ਆਪਣੇ ਰਾਗ ਵਿਦਿਆ ਦੇ ਪ੍ਰਗਟਾਵੇ ਲਈ ਗੁਰਬਾਣੀ ਨੂੰ ਵਰਤਦੇ ਹਾਂ, ਜਾਂ ਵਾਦ ਵਿਵਾਦ ਕਰਨ ਲਈ, ਜਾਂ ਆਪਣਾ ਖੁਸ਼ਕ ਗਿਆਨ ਕੋਟਣ ਲਈ, ਜਾਂ ਵਿਆਖਿਆ ਕਰਨ ਲਈ, ਜਾਂ ਲੇਖ ਲਿਖਣ ਲਈ, ਕਿਤਾਬਾਂ ਛਪਾਉਣ ਜਾਂ ਭਲੇ ਭਲੇਰੇ ਬਣਨ ਲਈ ਹੀ ਵਰਤਿਆ ਜਾਂਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦੇ ਅਗਲੇ ਹਿੱਸੇ ਨੂੰ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਵਾਂਗੇ ਕਿ ਕਿਉਂ ਗੁਰਬਾਣੀ ਨਾਲ ਸਾਡੀ ਲੇਵਾ ਦੇਵੀ ਲਾਹਾ ਜਾਂ ਸਮਾਈ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।